ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁਖ। ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁਖ। ਰਹਾਉ ਕੋਟ ਜਨਮ ਕੇ ਖਿਲ ਵਿਖ ਨਾਸਹਿ, ਸਿਮਰਤ ਪਾਵਨ ਤਨ ਮਨ ਸੁਖ। ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁਖ। ਚਾਰ ਪਦਾਰਥ ਅਸ਼ਟ ਮਹਾ ਸਿਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ। ਨਾਨਕ ਸਰਣ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਚਾਰ ਪਦਾਰਥ ਅਸ਼ਟ ਮਹਾ ਸਿਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ। ਨਾਨਕ ਸਰਣ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ, ਹੈ ਭੀ ਸਚ। ਨਾਨਕ ਹੋਸੀ ਭੀ ਸਚ, ਚੱਕਰ ਚੇਹਨ ਹਰ ਵਰਨ ਜਾਤ, ਹਰ ਪਾਤ ਨਹਿਨ ਜੇਹ। ਰੂਪ ਰੰਗ ਹਰ ਰੇਖ ਭੇਖ, ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸਜਣ ਸਚਾ ਪਾਤਸ਼ਾਹੋ, ਸਿਰ ਸ਼ਾਹਾਂ ਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ,
ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਚੀਨ ਸੁਖ ਪਾਇਆ, ਸੱਚੈ ਨਾਏ ਪਿਆਰ। ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ ਮਮਹਾਨ। ਜੁਗ ਹੋ ਜੁਗ ਅਟਲ, चबर छतर तख्त के मालिक, दीन दुनिया के वाली। सतगुरु धन धन श्री गुरु ग्रंथ साहिब जी महाराज। सतगुरां दी पावन पवित्र हजूरी अंदर सज बैठी गुरु सरूप गुरु खालसा सत संगत जी। अमृत वेले गुरु चरणा पास जुड़ के आप जी ने अमृतमयी गुरबाणी दे नितनेम प्रेम सहित सरवण कीते हन। उपरंत लड़ीवार पावन गुरबाणी दे कथा विचार सरवण करन वास्ते गुरु प्रेम अंदर आप जी भिज बैठे हो। आओ सरबत संगतां मन बिरतियां गुरु चरणा पास जोड़ के गुरुदेव जी का पावन पवित्र उपदेश सरवण करिए। मन की एकाग्रता बनाउण लई समूह संगतां प्रेम नाल जपना करो जी। सतनाम श्री वाहिगुरु साहिब जीओ। सतनाम श्री वाहिगुरु साहिब जी। शब्द चीन सुख पाया, सच्चै नाए प्यार। राग प्रभाती। सतगुरु श्री गुरु अमरदास सच्चे पातशाह जी महाराज आप जी दी पावन पवित्र रसना द्वारा उचारण कीता होया ये शब्द इस शब्द दे तीन बंद आप जी ने सरवण कीते हन। चौथे बंद अंदर गुरु अमरदास जी बख्शिश कर रहे ने। जिन्हां जगयासुआं ने गुरु दे शब्द नूं जान लिया, गुरु दे शब्द दा सिद्धांत समझ लिया, परमेश्वर दे सच्चे नाम द्वारा उन्होंने सुखां दी प्राप्ति कीती है। आपां गुरु दा उपदेश सारे ही सुनदे आं, बाणी सारे ही पढ़दे आं, पर शब्द दा उपदेश दा जिहड़ा सिद्धांत है ਉਹਦੇ ਤੋਂ कई दफा ਅਸੀਂ ਵਾਂਝੇ ਰਹਿ ਜਾਂਦੇ ਹਾਂ। जितनी देर तक मनुख की बुद्धि सिद्धांत तक नहीं पहुंचती, शब्द के अर्थ भाव नूं नहीं समझती,
ਉਤਨੀ ਦੇਰ ਤੱਕ ਗੁਰੂ ਦੇ ਸ਼ਬਦ ਵਿੱਚ ਜਿਹੜੇ ਲੁਕੇ ਹੋਏ ਰਤਨ ਹਨ ਉਹ ਕਿਵੇਂ ਪ੍ਰਾਪਤ ਹੋਣਗੇ। ਸਾਹਿਬਾਂ ਦਾ ਬਚਨ ਰੋਜ਼ ਪੜ੍ਹਦੇ ਹਾਂ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਸਾਡੀ ਮਤ ਦੇ ਅੰਦਰ, ਬੁੱਧੀ ਅੰਦਰ ਰਤਨ ਨੇ, ਜਵਾਹਰ ਨੇ, ਮਾਣਕ ਨੇ। ਪ੍ਰੇਮ ਦੇ ਰਤਨ, ਸ਼ੁਭ ਗੁਣਾਂ ਦੇ ਜਵਾਹਰ, ਨਾਮ ਦਾ ਮਾਣਕ ਹੈ। ਪਰ ਇਸ ਦੀ ਪ੍ਰਾਪਤੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ। ਗੁਰੂ ਦੀ ਸਿੱਖਿਆ ਨਾਲ ਸ਼ਬਦ ਦੇ ਸਿਧਾਂਤ ਨੂੰ ਅਸੀਂ ਸਮਝਿਆ। ਅਗਰ ਸ਼ਬਦ ਦਾ ਸਿਧਾਂਤ ਸਮਝ ਨਹੀਂ ਪੈਂਦਾ, ਸਿਧਾਂਤ ਤੱਕ ਪਹੁੰਚ ਨਹੀਂ ਹੁੰਦੀ, ਤੇ ਕਿਵੇਂ ਸ਼ਬਦ ਵਿੱਚੋਂ ਸੁੱਖ ਮਿਲੇ। ਕਈ ਦਫਾ ਮਨੁੱਖ ਕਹਿੰਦਾ ਹੈ ਵੀ ਬੜਾ ਲੰਮਾ ਸਮਾਂ ਹੋ ਗਿਆ ਕਥਾ ਸੁਣਦੇ ਆ ਜਾਂ ਬਾਣੀ ਪੜ੍ਹਦੇ ਆ, ਜੀਵਨ ਦੇ ਵਿੱਚ ਕੋਈ ਤਰੱਕੀ ਨਹੀਂ ਹੈ। ਵੈਸੇ ਗੱਲ ਇਹ ਜਗਿਆਸੂ ਸੱਜਣਾ ਦੀ, ਸੁਣਨ ਵਾਲਿਆਂ ਦੀ ਕਮੀ ਤਾਂ ਕੋਈ ਨਹੀਂ। ਸਾਰੇ ਸੁਣਦੇ, ਸਾਰੀ ਦੁਨੀਆ ਪਈ ਸੁਣਦੀ ਹੈ। ਹਰ ਇੱਕ ਮਤ ਦੇ ਵਿੱਚ ਪ੍ਰਚਾਰਕਾਂ ਦੀ ਕਮੀ ਵੀ ਨਹੀਂ, ਪ੍ਰਚਾਰਕਾਂ ਨੂੰ ਸੁਣਨ ਵਾਲਿਆਂ ਦੀ ਕਮੀ ਵੀ ਕੋਈ ਨਹੀਂ। ਪਰ ਉਹਨਾਂ ਦੇ ਅੰਦਰ ਜਗਿਆਸੂ ਜਿਹੜੇ ਹੁੰਦੇ ਨੇ, ਮਮੋਕਸ਼ੂ ਜਿਹੜੇ ਹੁੰਦੇ ਨੇ, ਉਹ ਵਿਰਲੇ ਹੁੰਦੇ ਨੇ, ਜਿਹੜੇ ਸ਼ਬਦ ਦੇ ਸਿਧਾਂਤ ਨੂੰ ਬੁੱਝ ਲੈਂਦੇ, ਸਮਝ ਲੈਂਦੇ ਨੇ। ਜਿੰਨੀ ਦੇਰ ਤੱਕ ਜਗਿਆਸੂ ਨਹੀਂ ਬਣਿਆ ਜਾਂਦਾ, ਸ਼ਬਦ ਦੇ ਸਿਧਾਂਤ ਨੂੰ ਨਹੀਂ ਸਮਝ ਸਕਦੇ। ਸਾਡੀ ਇੱਕ ਰੁਟੀਨ ਹੁੰਦੀ ਆ, ਖਿਮਾ ਕਰਿਓ, ਚਲੋ ਆਪਾਂ ਗੁਰਦੁਆਰਾ ਸਾਹਿਬ ਆਉਣਾ, ਕੁਝ ਸਮਾਂ ਕਥਾ ਸੁਣਨੀ ਹੈ, ਕੀਰਤਨ ਸੁਣਨਾ, ਭਲੀ ਗੱਲ ਹੈ। ਸਤ ਸੰਗਤ ਕਰਨ ਦਾ ਲਾਭ ਹੀ ਲਾਭ ਹੈ। ਪਰ ਕਈ ਦਫਾ ਜੋ ਲੈਣ ਆਉਂਦੇ ਆ, ਜੋ ਸਮਝਣ ਆਉਂਦੇ ਆ, ਉਹਦੇ ਤੋਂ ਵਾਂਝੇ ਰਹਿ ਜਾਂਦੇ। ਆਪਾਂ ਨਿਤਨੇਮ ਵੀ ਕਰ ਲਿਆ, ਕਥਾ ਵੀ ਸੁਣ ਲਈ, ਕੀਰਤਨ ਵੀ ਸੁਣ ਲਿਆ, ਪਰ ਜਿਹੜਾ ਨਿਚੋੜ ਅਸੀਂ ਕੱਢਣਾ ਸੀਗਾ ਉਹ ਨਹੀਂ ਕੱਢ ਸਕੇ। ਸ਼ਬਦ ਦਾ ਸਿਧਾਂਤ, ਸ਼ਬਦ ਦਾ ਨਿਚੋੜ ਹੀ ਜ਼ਿੰਦਗੀ ਦਾ ਨਿਚੋੜ ਹੈ। ਅਗਰ ਅਸੀਂ ਉਹ ਨਿਚੋੜ ਨੂੰ ਨਹੀਂ ਪ੍ਰਾਪਤ ਕਰ ਸਕੇ ਤੇ ਸੁੱਖ ਕਿੱਥੋਂ ਮਿਲੇਗਾ? ਸੁੱਖ ਤਾਂ ਉਸੇ ਨੂੰ ਹੀ ਮਿਲਣਾ ਜਿਹਨੇ ਸ਼ਬਦ ਦੇ ਨਿਚੋੜ ਨੂੰ ਸਮਝ ਲਿਆ, ਜਿਹਨੇ ਸ਼ਬਦ ਦੇ ਸਿਧਾਂਤ ਨੂੰ ਸਮਝ ਲਿਆ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਮਹਾਰਾਜ ਜੀ ਦਾ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਨਾ। ਪੜ੍ਹਨ ਨੂੰ ਸਾਰੀ ਦੁਨੀਆ ਪਈ ਪੜ੍ਹਦੀ ਹੈ, ਪਰ ਜਿਹੜਾ ਸਿਧਾਂਤ, ਜਿਹੜਾ ਅੰਦਰ ਦਾ ਭੇਦ ਹੈ, ਉਹ ਪੜ੍ਹਨ ਨਾਲ ਨਹੀਂ, ਸਮਝਣ ਨਾਲ। ਬੁੱਝਿਆ ਪਾਵਨਾ, ਸਮਝਣ ਨਾਲ। ਕਈ ਵਾਰੀ ਬਹੁਤ ਸ਼ਾਸਤਰ ਪੜ੍ਹ ਕੇ, ਧਰਮ ਗ੍ਰੰਥ ਪੜ੍ਹ ਕੇ ਮਨੁੱਖ ਉਸ ਨਿਚੋੜ ਤੇ ਨਹੀਂ ਪਹੁੰਚ ਸਕਦਾ ਜਿਹੜਾ ਨਿਚੋੜ ਇੱਕ ਜਗਿਆਸੂ ਸੰਗਤ ਕਰਕੇ ਪ੍ਰਾਪਤ ਕਰ ਲੈ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ। ਦਾਸ ਹਮੇਸ਼ਾ ਇੱਥੇ ਇੱਕ ਉਦਾਹਰਣ ਦਿੰਦਾ ਜੀ। ਭਾਈ ਸੱਜਣ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਮਿਲਦੇ ਨੇ,
ਤੇ ਸਾਰੀ ਦੁਨੀਆ ਜਾਣਦੀ ਹੈ ਵੀ ਭੇਖ ਧਰਮ ਦਾ ਧਾਰਨ ਕੀਤਾ ਸੀ, ਤਿਲਕ ਲਾਇਆ, ਗਲ ਵਿੱਚ ਮਾਲਾ, ਚਿੱਟੇ ਕੱਪੜੇ, ਵੇਖਣ ਨੂੰ ਏਦਾਂ ਲੱਗਦਾ ਸੀ ਜਿਵੇਂ ਸਾਧੂ ਹੋਵੇ। ਤੇ ਕਰਮ ਕੀ ਸੀ, ਜਿਹੜਾ ਵੀ ਉਹਦੇ ਪਾਸ ਆਉਣਾ ਨਾ, ਘਰ ਦੇ ਪਿਛਲੇ ਪਾਸੇ ਖੂਹ ਬਣਾਇਆ ਸੀ, ਪਹਿਲਾਂ ਲੰਗਰ ਪਾਣੀ ਛਕਾਉਣਾ ਦਿਨੇ, ਕਹਿਣਾ ਜੀ ਇੱਥੇ ਹੀ ਰੁਕੋ, ਰਾਤ ਇੱਥੇ ਹੀ ਕੱਟ ਲਓ, ਸੇਵਾ ਵੀ ਕਰਾਉਣੀ ਨੌਕਰਾਂ ਚਾਕਰਾਂ। ਪਰ ਜਦੋਂ ਰਾਤ ਪੈਣੀ ਤੇ ਜੋ ਗਹਿਣਾ ਗੱਟਾ ਪੈਸਾ ਹੋਣਾ ਉਹ ਸਾਰਾ ਕੁਝ ਖੋਹ ਕੇ ਤੇ ਮਾਰ ਕੇ ਖੂਹ 'ਚ ਸੁੱਟ ਦੇਣਾ। ਜਦੋਂ ਭਾਈ ਮਰਦਾਨਾ ਜੀ ਇਹਦੇ ਢਿੱਕੇ ਆਏ, ਆਖਣ ਲੱਗਾ ਆਪਣੇ ਸੇਵਕਾਂ ਨੂੰ ਵੀ ਇਹ ਸੰਤ ਨੂੰ ਲੈ ਜਾਓ, ਚੰਗੀ ਤਰ੍ਹਾਂ ਸੇਵਾ ਕਰੋ। ਹੁਣ ਉਹ ਅੰਦਰ ਲੈ ਗਏ ਤੇ ਮੁਸ਼ਕਾਂ ਚਾੜ ਲਈ। ਦੱਸ ਕੀ ਹੈ ਤੁਹਾਡੇ ਕੋਲ? ਭਾਈ ਮਰਦਾਨਾ ਜੀ ਕਹਿੰਦੇ ਮੇਰੇ ਕੋਲ ਕੀ ਹੈ ਭਾਈ, ਮੇਰੇ ਕੋਲ ਤਾਂ ਕੁਝ ਵੀ ਨਹੀਂ, ਮੈਂ ਤਾਂ ਆਪ ਤੁਹਾਡੇ ਕੋਲ ਪ੍ਰਸ਼ਾਦਾ ਛਕਣ ਆਇਆ ਵੀ ਜੇ ਮੇਰੇ ਕੋਲ ਕੁਝ ਹੁੰਦਾ ਤੇ ਮੈਂ ਤੁਹਾਡੇ ਕੋਲ ਕਿਉਂ, ਮੇਰੇ ਕੋਲ ਕੁਝ ਨਹੀਂ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਚੇਤੇ ਕੀਤਾ, ਗੁਰੂ ਨਾਨਕ ਸਾਹਿਬ ਜੀ ਆਏ, ਆ ਕੇ ਕਹਿਣ ਲੱਗੇ ਵੀ ਨਾ ਤਾਂ ਤੇਰਾ ਸੱਜਣ ਹੈ, ਕੰਮ ਠੱਗਾਂ ਵਾਲਾ, ਜੇ ਨਾ ਸੱਜਣ ਹੈ ਤੇ ਘੱਟੋ ਘੱਟ ਨਾਮ ਦੀ ਲਾਜ ਤਾਂ ਰੱਖ ਲੈ। ਜੇ ਨਾਮ ਸੱਜਣ ਹੈ, ਘੱਟੋ ਘੱਟ ਨਾਮ ਦੀ ਲਾਜ ਤਾਂ ਰੱਖ ਲੈ। ਪਰ ਜੋ ਤੂੰ ਕਰਮ ਕਰਦਾ ਸੱਜਣਾ ਵਾਲੇ, ਸੱਜਣ ਤਾਂ ਉਹ ਹੁੰਦਾ ਜਿਹੜਾ ਧੁਰ ਦਰਗਾਹੀ ਨਾਲ ਨਿਵੇ, ਤੂੰ ਤਾਂ ਲੋਕਾਂ ਨੂੰ ਇੱਥੇ ਹੀ ਮਾਰ ਦਿੰਦਾ। ਪਾਤਸ਼ਾਹ ਜੀ ਕਹਿੰਦੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਾਂ। ਉਸ ਸੱਜਣ ਨੇ ਇਸ ਪੰਕਤੀ ਅੰਦਰ ਜ਼ਿੰਦਗੀ ਦਾ ਨਿਚੋੜ ਲੱਭ ਲਿਆ, ਸਮਝ ਪੈ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਨੇਊ ਪਾਉਣ ਦੀ ਗੱਲ ਆਉਂਦੀ ਹੈ, ਮਹਾਰਾਜ ਜਨੇਊ ਨਹੀਂ ਪਾਉਂਦੇ। ਪੰਡਤ ਹਰਦਿਆਲ ਜੀ ਨੂੰ ਕਹਿੰਦੇ ਨੇ ਵੀ ਦੋ ਹੀ ਗੱਲਾਂ ਨੇ, ਇਹੋ ਜਿਹਾ ਜਨੇਊ ਪਹਿਨਾ ਦੇ ਜਿਹੜਾ ਟੁੱਟੇ ਨਾ, ਜਿਹੜਾ ਮੈਲਾ ਨਾ ਹੋਵੇ, ਜਿਹੜਾ ਦਰਗਾਹ ਤੱਕ ਨਾਲ ਨਿਭੇ, ਜਿਹੜਾ ਸੜੇ ਨਾ। ਜੇ ਏਦਾਂ ਦਾ ਜਨੇਊ ਤੁਹਾਡੇ ਕੋਲ ਹੈ ਤੇ ਪਹਿਨਾ ਦੇ, ਤੇ ਨਹੀਂ ਰਹਿਣ ਦੇ। ਉਹ ਆਖਦੇ ਮਹਾਰਾਜ ਏਦਾਂ ਦਾ ਜਨੇਊ ਮੇਰੇ ਕੋਲ। ਸਤਿਗੁਰੂ ਕਹਿੰਦੇ ਫਿਰ ਜਿਹੜਾ ਤੂੰ ਪਾਉਣਾ ਮੈਂ ਨਹੀਂ ਪਾਉਣਾ। ਇਹ ਤਾਂ ਕਪਾਹ ਦਾ ਬਣਿਆ ਹੋਇਆ ਜਨੇਊ ਹੈ। ਹਾਂ ਜਿਹੜਾ ਜਨੇਊ ਅਸਾਂ ਧਾਰਨ ਕੀਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਪਾਂਡੇ ਘਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ। ਦਇਆ ਦੀ ਕਪਾਹ ਹੈ, ਸੰਤੋਖ ਦਾ ਸੂਤ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ। ਉਹ ਵੱਟ ਕੇ ਨਾ ਜਨੇਊ ਉੱਤੇ ਗੰਢ ਮਾਰਦੇ ਨੇ ਵੀ ਖੁੱਲੇ ਨਾ, ਜਤ ਦੀ ਗੰਢ ਮਾਰੀ ਅਸਾਂ। ਦਇਆ ਦੀ ਕਪਾਹ ਸੰਤੋਖ ਦਾ ਸੂਤ ਹੈ, ਜਤ ਦੀ ਗੰਢ ਹੈ, ਸੱਤ ਵੱਟ। ਹੁਣ ਉਹ ਵੱਟਦੇ ਨੇ ਜਨੇਊ ਨੂੰ, ਸੱਤ ਦਾ ਧਾਰ ਨਹੀਂ ਹੋਣਾ। ਇਹ ਅਸੀਂ ਇਹਨੂੰ ਵਟਿਆ ਹੈ,
ਸਤਿਗੁਰੂ ਕਹਿਣ ਲੱਗੇ ਹਰਦਿਆਲ ਜੀ ਇਹੀ ਜਨੇਊ ਜੀ ਦਾ ਹੈ, ਜੀਵਾਤਮਾ ਦਾ, ਸਰੀਰ ਦਾ ਨਹੀਂ। ਕਿਉਂਕਿ ਜਿਹੜਾ ਸਰੀਰ ਤੇ ਪਹਿਨਾਓਗੇ ਤੇ ਸਰੀਰ ਦੇ ਸੜਨ ਨਾਲ ਉਹਨੇ ਵੀ ਸੜ ਜਾਣਾ। ਜਿਹੜਾ ਜਨੇਊ ਅਸੀਂ ਤੈਨੂੰ ਦੱਸ ਰਹੇ ਹਾਂ ਨਾ, ਇਹ ਆਤਮਾ ਦਾ ਜਨੇਊ, ਆਤਮਾ ਦਾ। ਇਹੋ ਜਨੇਊ ਜੀ ਕਾ। ਫਿਰ ਕਹਿੰਦੇ ਹਾਈ ਤਾਂ ਪਾਂਡੇ ਘਾਤ, ਪੰਡਤ ਜੀ ਜੇ ਹੈ ਤੇ ਪਹਿਨਾ ਦੇ। ਸਤਿਗੁਰੂ ਕਹਿੰਦੇ ਨਾ ਇਹੋ ਟੁੱਟੈ, ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਨਾ ਇਹ ਟੁੱਟਦਾ, ਨਾ ਸੜਦਾ, ਨਾ ਇਹਨੂੰ ਮੈਲ ਲੱਗਦੀ ਹੈ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਉਹ ਮਨੁੱਖ ਧਨਤਾ ਦੇ ਯੋਗ ਨੇ ਜਿਹੜੇ ਇਹੋ ਜਿਹਾ ਜਨੇਊ ਗਲ ਦੇ ਵਿੱਚ ਪਹਿਨਦੇ ਨੇ, ਤੇ ਫਿਰ ਜਦੋਂ ਦੁਨੀਆ ਤੋਂ ਜਾਂਦੇ ਦਰਗਾਹ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ। ਕਿਉਂਕਿ ਅਸਲ ਜਨੇਊ ਇਹੀ ਹੈ। ਹਰਦਿਆਲ ਜੀ ਦਾ ਸੀਸ ਝੁਕ ਗਿਆ ਮਹਾਰਾਜ ਦੇ ਚਰਨ। ਜਿਵੇਂ ਠੀਕ ਲੱਗਦਾ ਉਦਾਂ ਕਰ, ਜਿਵੇਂ ਚੰਗਾ ਲੱਗਦਾ। ਕਲਿਆਣ ਦਾਸ ਜੀ ਨੂੰ ਕਹਿਣ ਲੱਗੇ ਮੈਂ ਨਹੀਂ ਪਹਿਨਾ ਸਕਦਾ, ਕਿਉਂਕਿ ਜਿੱਥੇ ਇਹ ਨੇ ਉਥੇ ਮੇਰੀ ਬੁੱਧੀ ਨਹੀਂ ਪਹੁੰਚ ਸਕਦੀ, ਔਰ ਮੇਰੇ ਕੋਲ ਇਦਾਂ ਦਾ ਜਨੇਊ ਨਹੀਂ ਜਿਹੋ ਜਿਹਾ ਇਹ ਮੰਗਦੇ। ਉਹ ਜਨੇਊ ਇਹਨਾਂ ਦੇ ਕੋਲ ਹੀ। ਇਹ ਦੋ ਉਦਾਹਰਨਾਂ ਤਾਂ ਦਿੱਤੀਆਂ ਨੇ, ਇਹੋ ਜੀਆਂ ਬੜੀਆਂ ਉਦਾਹਰਨਾਂ ਨੇ। ਜਦੋਂ ਵੈਦ ਹਰਦਾਸ ਆਉਂਦਾ ਉਹਨੂੰ ਵੀ ਉਪਦੇਸ਼ ਮਹਾਰਾਜ ਦਿੰਦੇ ਨੇ। ਇਹ ਉਹ ਲੋਕ ਸਨ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਕਹੇ ਬਚਨਾਂ ਦੇ ਸਿਧਾਂਤ ਨੂੰ ਸਮਝ ਲਿਆ। ਉਹਨਾਂ ਨੇ ਫਿਰ ਆਪਣਾ ਸਾਰਾ ਜੀਵਨ ਜਿਹੜਾ ਹੈ ਗੁਰੂ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਹੀ ਬਤੀਤ ਕਰ ਦਿੱਤਾ। ਸਤਿਗੁਰਾਂ ਦੇ ਕਹੇ ਬਚਨਾਂ ਅਨੁਸਾਰ ਬਤੀਤ ਕਰ ਦਿੱਤਾ, ਕਿਉਂਕਿ ਉਹ ਸਿਧਾਂਤ ਨੂੰ ਸਮਝ ਗਏ। ਸਾਰੀ ਜ਼ਿੰਦਗੀ ਮਨੁੱਖ ਧਰਮ ਦੇ ਕਰਮ ਕਰਦਾ ਹੈ, ਪਰ ਸਿਧਾਂਤ ਨਹੀਂ ਸਮਝਦਾ। ਜਿੱਥੇ ਸਿਧਾਂਤ ਦੀ ਸਮਝ ਨਹੀਂ ਪੈਂਦੀ ਉੱਥੇ ਸੁੱਖ ਨਹੀਂ ਹੁੰਦਾ। ਸੁੱਖ ਉੱਥੇ ਹੀ ਹੈ ਜਿੱਥੇ ਸਿਧਾਂਤ ਸਮਝ ਪੈ ਗਿਆ। ਜਦੋਂ ਗੁਰਬਾਣੀ ਹੁਕਮ ਮੰਨਣ ਦੀ ਗੱਲ ਕਰਦੀ, ਹੁਕਮ ਆਗਿਆ ਮੰਨਣ ਦੀ ਗੱਲ ਕਰਦੀ ਹੈ, ਅਸੀਂ ਰੋਜ਼ ਕੀਰਤਨ ਕਥਾ ਬਾਣੀ ਸੁਣਨ ਵਾਲੇ ਅੱਜ ਤਾਈਂ ਗੁਰਬਾਣੀ ਦੇ ਸਿਧਾਂਤ ਨੂੰ ਕਿਤਨਾ ਕੁ ਸਮਝੇ। ਗੁਰਬਾਣੀ ਦਾ ਹਰ ਇੱਕ ਸ਼ਬਦ ਨਾਮ ਜਪਣ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕਰਦਾ ਹੈ, ਅਸੀਂ ਉਸ ਸਿਧਾਂਤ ਨੂੰ ਕਿਤਨਾ ਕੁ ਸਮਝਿਆ। ਤੋ ਕਈਆਂ ਨੂੰ ਸਿਧਾਂਤ ਸਮਝ ਵੀ ਆ ਜਾਂਦਾ, ਪਰ ਉਹਦੇ ਫਿਰ ਧਾਰਨੀ ਨਹੀਂ ਹੁੰਦੀ। ਜਿਤਨੀ ਦੇਰ ਤੱਕ ਸਿਧਾਂਤ ਸਮਝ ਨਾ ਪਏ, ਮਹਾਰਾਜ ਕਹਿੰਦੇ ਉਤਨੀ ਦੇਰ ਤੱਕ ਸੁੱਖ ਨਹੀਂ। ਸ਼ਬਦ ਚੀਨ ਸੁਖ ਪਾਇਆ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਸਿਧਾਂਤ ਨੂੰ ਜਾਣ ਲਿਆ, ਉਹਨਾਂ ਨੇ ਹੀ ਸੁੱਖਾਂ ਦੀ ਪ੍ਰਾਪਤੀ ਕੀਤੀ ਹੈ। ਸੱਚਾ ਨਾਏ ਪਿਆਰ। ਕਿੱਥੋਂ ਸੁੱਖ ਮਿਲਿਆ? ਪਰਮੇਸ਼ਰ ਅਕਾਲ ਪੁਰਖ ਦੇ ਸੱਚੇ ਨਾਮ ਦੇ ਨਾਲ ਪਿਆਰ ਕਰਨੇ ਕਰਕੇ। ਜਿਨ੍ਹਾਂ ਨੂੰ ਸਿਧਾਂਤ ਸਮਝ ਆਇਆ ਗੁਰੂ ਦੇ ਉਪਦੇਸ਼ ਦਾ, ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਕੀਤਾ ਹੈ। ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟ ਅਪਾਰ। ਇਹ ਜੋ ਹਰੀ ਦਾ ਮੰਦਰ ਹੈ, ਸਰੀਰ ਦਾ ਜ਼ਿਕਰ ਮਹਾਰਾਜ ਇਸ ਸ਼ਬਦ ਰਾਹੀਂ ਕਰ ਰਹੇ ਨੇ। ਇਹ ਜੋ ਸਰੀਰ ਪਰਮੇਸ਼ਰ ਨੇ ਬਣਾਇਆ, ਇਹ ਹਰੀ ਦਾ ਮੰਦਰ ਹੀ ਹੈ। ਗੱਲ ਵੱਖਰੀ ਹੈ ਵੀ ਅਸੀਂ ਹਰੀ ਦਾ ਮੰਦਰ ਰਹਿਣ ਨਹੀਂ ਦਿੱਤਾ। ਇਹ ਸਰੀਰ, ਇਹ ਰੱਬ ਦਾ ਘਰ ਅਸੀਂ ਰਹਿਣ ਨਹੀਂ ਦਿੱਤਾ, ਕਿਉਂਕਿ ਰੱਬ ਦੇ ਬੈਠਣ ਜੋ ਕੋਈ ਜਗ੍ਹਾ ਹੀ ਨਹੀਂ ਛੱਡੀ, ਤੇ ਰੱਬ ਰਹੇਗਾ ਕਿੱਥੇ? ਮੈਂ ਤਾਂ ਨਹੀਂ ਕਹਿੰਦਾ ਵੀ ਰੱਬ ਅੰਦਰ ਨਹੀਂ ਰਹਿ ਰਿਹਾ, ਪਰ ਸੱਚ ਇਹੀ ਹੈ ਕਿ ਉਹਦੇ ਬਹਿਣ ਵਾਸਤੇ ਬੰਦੇ ਨੇ ਜਗ੍ਹਾ ਕੋਈ ਨਹੀਂ ਛੱਡੀ। ਵੈਸੇ ਇੱਕ ਬਚਨ ਆਉਂਦਾ ਹੈ ਨਾ ਮਹਾਰਾਜ ਦਾ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸਾਡੇ ਸਰੀਰ ਦੇ ਕਿੰਨੇ ਰਸ ਨੇ,
ਅੱਖਾਂ ਦਾ ਰਸ, ਕੰਨਾਂ ਦਾ ਰਸ, ਜ਼ਬਾਨ ਦਾ, ਨਾਸਕਾ ਦਾ, ਚਮੜੀ ਦਾ, ਕਿੰਨੇ ਰਸ ਨੇ। ਤੇ ਨਾਮ ਕਿੱਥੇ ਰਹੇਗਾ? ਨਾਮ ਦਾ ਵਾਸਾ ਕਿੱਥੇ ਹੋਵੇਗਾ? ਇੰਨੇ ਰਸ ਤਾਂ ਪਹਿਲਾਂ ਨੇ ਸਾਡੇ ਸਰੀਰ ਦੇ, ਤੇ ਰੱਬ ਕਿੱਥੇ ਰਹੇਗਾ? ਉਹਨੇ ਵੀ ਤਾਂ ਰਹਿਣਾ ਨਾ ਕਿਸੇ ਥਾਂ ਤੇ, ਉਹਦੇ ਜੋਗੇ ਤਾਂ ਜਗ੍ਹਾ ਹੀ ਨਹੀਂ ਛੱਡੀ ਅਸੀਂ। ਭਗਤ ਮਾਲਾ ਵਿੱਚ ਉਹਨਾਂ ਇੱਕ ਪ੍ਰਸੰਗ ਪੜਿਆ ਕਬੀਰ ਜੀ ਦੇ ਜੀਵਨ ਦਾ। ਇੱਕ ਸ਼ਾਹੂਕਾਰ ਆ ਕੇ ਕਹਿੰਦਾ, ਜੀ ਮੇਰੇ ਤੇ ਦਇਆ ਕਰੋ, ਮੈਨੂੰ ਵੀ ਨਾਮ ਦੀ ਦਾਤ ਦਿਓ, ਮੈਂ ਵੀ ਨਾਮ ਜਪ ਲਵਾਂ। ਕਈ ਵਾਰੀ ਭਗਤਾਂ ਦਾ ਸਮਝਾਉਣ ਦਾ ਤਰੀਕਾ ਬੜਾ ਅਨੋਖਾ ਜਿਹਾ। ਕਬੀਰ ਸਾਹਿਬ ਜੀ ਕਹਿੰਦੇ ਵੀ ਏਦਾਂ ਕਰੋ ਵੀ ਇੱਕ ਛੋਟਾ ਜਿਹਾ ਕਮਰਾ ਹੀ ਬਣਾ ਦਿਓ। ਕਹਿੰਦਾ ਜੀ ਬਣਾ ਦੇਣਾ। ਉਹਨੇ ਇੱਕ ਮਕਾਨ ਬਣਾਇਆ ਛੋਟਾ ਜਿਹਾ। ਕਹਿੰਦੇ ਇਸ ਤਰ੍ਹਾਂ ਕਰੋ ਵੀ ਇਹਦੇ ਵਿੱਚ ਨਾ ਥਾਂ ਥਾਂ ਤੇ ਛੋਟੇ ਛੋਟੇ ਥੜੇ ਬਣਾ ਦਿਓ ਜਿਨ੍ਹਾਂ ਤੇ ਬਹਿਣਾ ਹੋਵੇ। ਉਹ ਕਹਿੰਦਾ ਜੀ ਵੀ ਥੜੇ ਤੇ ਬਣਾ ਦੇਾਂਗੇ, ਬੈਠਾਂਗੇ ਕਿੱਥੇ? ਭਗਤ ਜੀ ਕਹਿੰਦੇ ਵੀ ਚਲੋ ਬਾਅਦ ਚ ਦੇਖਾਂਗੇ, ਪਹਿਲਾਂ ਥੜੇ ਤਾਂ ਬਣਾਓ। ਉਹਨੇ ਨਾ ਛੋਟੇ ਛੋਟੇ ਥੜੇ ਬਣਾ ਦਿੱਤੇ ਉਹ ਕਮਰੇ 'ਚ, ਤੇ ਥੜੇ ਵੀ ਇਦਾਂ ਦੇ ਬਣਾਏ ਵੀ ਜਿਹਦੇ ਤੇ ਬਹਿਣਾ ਹੋਵੇ। ਜਦੋਂ ਥੜੇ ਬਣਾ ਦਿੱਤੇ ਤੇ ਕਬੀਰ ਸਾਹਿਬ ਜੀ ਆਖਣ ਲੱਗੇ ਵੀ ਇਸ ਤਰ੍ਹਾਂ ਵੀ ਹੁਣ ਬਹਿ ਕੇ ਵਿਖਾ। ਕਹਿੰਦਾ ਜੀ ਇਹਨਾਂ ਤੇ ਤਾਂ ਬਹਿ ਨਹੀਂ ਹੋਣਾ, ਇਹ ਬੈਠਣ ਦੇ ਯੋਗ ਹੀ ਕੋਈ ਨਹੀਂ। ਇਹ ਛੋਟੇ ਛੋਟੇ ਥੜੇ ਨੇ ਤੇ ਕਮਰੇ ਵਿੱਚ, ਮਕਾਨ ਵਿੱਚ ਕਿਤੇ ਕੋਈ ਜਗ੍ਹਾ ਨਹੀਂ ਜਿੱਥੇ ਅਸਾਂ ਬੈਠ ਸਕੀਏ। ਕਬੀਰ ਜੀ ਕਹਿੰਦੇ ਨੇ ਇਹੀ ਹਾਲ ਇਹ ਸਰੀਰ ਦਾ ਹੈ। ਇਹਦੇ ਵਿੱਚ ਵੀ ਅਸੀਂ ਇਦਾਂ ਦੇ ਥੜੇ ਬਣਾਏ ਹੋਏ ਨੇ, ਕਿਤੇ ਰਾਗ, ਕਿਤੇ ਦਵੈਸ਼, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਹੰਕਾਰ। ਅਸੀਂ ਵੀ ਇਦਾਂ ਦੇ ਥੜੇ ਬਣਾਈ ਬੈਠੇ ਆਂ ਇਸ ਸਰੀਰ ਰੂਪੀ ਘਰ ਦੇ ਅੰਦਰ ਕਿ ਇੱਥੇ ਬਹਿਣ ਨੂੰ ਥਾਂ ਹੀ ਕੋਈ ਨਹੀਂ, ਕਿੱਥੇ ਬਹਿ ਕੇ ਨਾਮ ਜਪਣਾ। ਕੋਈ ਜਗ੍ਹਾ ਹੋਵੇਗੀ ਤੇ ਬੈਠਣ ਨੂੰ, ਤੇ ਫੇਰ ਹੀ ਨਾਮ ਜਪਾਂਗੇ। ਅਸੀਂ ਜਗ੍ਹਾ ਤਾਂ ਛੱਡੀ ਨਹੀਂ ਸਰੀਰ ਵਿੱਚ ਕੋਈ ਬੈਠਣ ਨੂੰ, ਤੇ ਨਾਮ ਕਿੱਥੇ ਜਪਣਾ। ਜਿਵੇਂ ਅੱਜ ਕੱਲ ਸਾਡੇ ਘਰਾਂ ਵਿੱਚ ਹਰ ਤਰ੍ਹਾਂ ਦੀ ਜਗ੍ਹਾ ਹੁੰਦੀ ਹੈ ਨਾ, ਲਿਵਿੰਗ ਰੂਮ ਵੱਖਰਾ, ਬੈੱਡ ਰੂਮ ਵੱਖਰਾ, ਗੈਸਟ ਰੂਮ ਵੱਖਰਾ ਬਣਾਇਆ ਹੁੰਦਾ ਲੋਕਾਂ ਨੇ। ਆ ਜਦੋਂ ਗੁਰੂ ਸਾਹਿਬ ਦਾ ਸਰੂਪ ਘਰ ਵਿੱਚ ਜਾਂਦਾ ਤੇ ਕਹਿੰਦੇ ਜੀ ਜਗ੍ਹਾ ਕੋਈ ਨਹੀਂ ਹੈ, ਅਜੇ ਵੀ ਜਗ੍ਹਾ ਨਹੀਂ। ਦੀਵਾਰ 'ਚ ਕਿੱਲ ਨਾ ਲਾ ਦਿਓ ਸਾਡੀ ਕਿਤੇ, ਜਦੋਂ ਚੰਦੋਆ ਲਾਣਾ ਹੁੰਦਾ ਆਪਣਾ ਕੋਈ ਜੁਗਾੜ ਕਰ ਲਿਆਓ ਵੀ ਸਾਡੀ ਦੀਵਾਰ 'ਚ ਕਿੱਲ ਨਾ ਲਾਇਓ। ਅਰਦਾਸ ਦੀ ਫਿਰ ਲਿਸਟ ਵੀ ਵਾਹਵਾ ਲੰਬੀ ਜੀ ਹੁੰਦੀ ਹੈ। ਇਹ ਵੀ ਕਹਿ ਦਿਓ, ਇਹ ਵੀ ਮਿਲ ਜੇ, ਇਹ ਵੀ ਮਿਲ ਜੇ। ਕਮਾਲ ਦੀ ਗੱਲ। ਜਿਹਦੇ ਕੋਲੋਂ ਕੁਝ ਲੈਣਾ ਹੈ ਉਹਦਾ ਕੋਈ ਮਾਣ ਸਤਿਕਾਰ ਨਹੀਂ, ਚਾਹੀਦਾ ਵੀ ਉਸੇ ਕੋਲੋਂ ਹੀ ਹੈ ਤੇ ਉਹਦਾ ਅਦਬ ਵੀ ਕੋਈ। ਘਰ ਦੇ ਅੰਦਰ, ਘਰ ਬਣਾਉਣ ਵੇਲੇ ਬੰਦਾ ਇਹ ਸੋਚਦਾ ਹੈ ਕਿ ਮੈਂ ਟੀਵੀ ਕਿੱਥੇ ਲਾਉਣਾ, ਉਹਦੀ ਸਹੀ ਥਾਂ ਹੋਣੀ ਚਾਹੀਦੀ ਹੈ। ਮੈਂ ਏਸੀ ਕਿੱਥੇ ਲਾਉਣਾ, ਉਹਦੀ ਸਹੀ ਥਾਂ ਹੋਣੀ ਚਾਹੀਦੀ ਹੈ। ਪਰ ਇਹਨੇ ਕਦੇ ਨਹੀਂ ਸੋਚਿਆ ਵੀ ਜੇ ਮੇਰਾ ਗੁਰੂ ਘਰ ਵਿੱਚ ਆਇਆ ਤੇ ਚੰਦੋਏ ਲਾਣੇ ਪੈਣ ਤੇ ਉਹਦੇ ਵਾਸਤੇ ਹੀ 2 ਕਿੱਲੀਆਂ ਲਵਾ ਲਵਾਂ। ਕਦੇ ਸੋਚਿਆ ਨਹੀਂ। ਤੇ ਬਾਅਦ ਵਿੱਚ ਕਹਿੰਦੇ ਵੀ ਆਪੇ ਹੀ ਕੋਈ ਜੁਗਾੜ ਕਰ ਲਓ ਵੀ ਸਾਡੇ ਇੱਥੇ ਕਿੱਲ ਨਾ ਠੋਕਿਓ, ਖਰਾਬ ਹੋ ਜਾਏਗੀ ਕੰਧ। ਤੇ ਫਿਰ ਮਨ ਨੇ ਕਈ ਵਾਰੀ ਸੋਚਿਆ ਵੀ ਇਹਨਾਂ ਵਾਸਤੇ, ਇਹਨਾਂ ਦੇ ਘਰ ਵਿੱਚ ਤਾਂ ਗੁਰੂ ਲਈ ਜਗ੍ਹਾ ਹੀ ਕੋਈ ਨਹੀਂ, ਕਿੱਥੇ ਬੈਠਣਗੇ ਆ ਕੇ। ਕਿਉਂਕਿ ਅਸੀਂ ਪਹਿਲਾਂ ਹੀ ਹੱਥ ਜੋੜ ਦਿੱਤੇ ਵੀ ਕਿੱਲ ਨਾ ਠੋਕਿਓ। ਇੱਕ ਸਿੱਖ ਹੋਇਆ ਜਦੋਂ
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਧਰ ਪਟਨਾ ਸਾਹਿਬ ਨੂੰ ਗਏ ਨਾ, ਤੇ ਉਹਨਾਂ ਨੇ ਮਕਾਨ ਬਣਾਇਆ। ਕਹਿੰਦੇ ਮਕਾਨ ਦਾ ਦਰਵਾਜ਼ਾ ਨਾ ਮਕਾਨ ਨਾਲੋਂ ਵੱਡਾ ਰੱਖ ਦਿੱਤਾ, ਤੇ ਲੋਕ ਹੱਸਣ, ਇਹ ਕੀ ਕੀਤਾ ਜੀ? ਹੁਣ ਸੁਭਾਵਕ ਹੈ ਵੀ ਜੇ ਮਕਾਨ ਬਣਾਇਆ ਤੇ ਦਰਵਾਜ਼ਾ ਵੀ ਉਸ ਹਿਸਾਬ ਨਾਲ ਹੋਣਾ ਚਾਹੀਦਾ ਹੈ ਨਾ, ਪਰ ਉਹ ਦਰਵਾਜ਼ਾ ਮਕਾਨ ਨਾਲੋਂ ਵੱਡਾ ਸੀ। ਤੇ ਕਈਆਂ ਮਖੌਲ ਵੀ ਕੀਤਾ ਵੀ ਘਰ ਦਾ ਜਲੂਸ ਕੱਢ ਦਿੱਤਾ ਹੈ, ਕਿਉਂਕਿ ਜਿਨ੍ਹਾਂ ਨੂੰ ਸਮਝ ਨਹੀਂ ਸੀ। ਕਿਸੇ ਸਵਾਲ ਕੀਤਾ ਗੁਰਸਿੱਖ ਨੂੰ, ਇਹ ਘਰ ਦਾ ਦਰਵਾਜ਼ਾ, ਮਕਾਨ ਦਾ ਦਰਵਾਜ਼ਾ ਮਕਾਨ ਨਾਲੋਂ ਵੱਡਾ ਕਿਉਂ ਹੈ? ਉਹ ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਘਰ ਵਿੱਚ ਆਉਣਗੇ ਨਾ, ਸਣੇ ਘੋੜੇ ਮੇਰੇ ਮਕਾਨ ਵਿੱਚ ਜਾਵਣ, ਇਸ ਕਰਕੇ ਮੈਂ ਦਰਵਾਜ਼ਾ ਘਰ ਦਾ ਵੱਡਾ ਰੱਖਿਆ ਵੀ ਉਹਨਾਂ ਨੂੰ ਉਤਰ ਕੇ ਨਾ ਆਉਣਾ ਪਏ ਮੇਰੇ ਘਰ ਵਿੱਚ। ਇਸ ਵਾਸਤੇ ਮੈਂ ਦਰਵਾਜ਼ਾ ਇਹ ਮਕਾਨ ਨਾਲੋਂ ਵੱਡਾ ਰੱਖਿਆ। ਮੈਂ ਕੀ ਲੈਣਾ ਲੋਕਾਂ ਕੋਲੋਂ, ਬਸ ਮੇਰੇ ਗੁਰੂ ਨੂੰ ਤੁਰਨਾ ਨਾ ਪਏ। ਜਦੋਂ ਵੀ ਮੇਰੇ ਸਤਿਗੁਰੂ ਆਉਣ ਤੇ ਘੋੜੇ ਦੇ ਸਮੇਤ ਮੇਰੇ ਘਰ ਦੇ ਵਿੱਚ ਆਉਣ, ਇਹ ਪਿਆਰ ਵਾਲਿਆਂ ਦੀ ਖੇਡ ਹੁੰਦੀ ਹੈ। ਤੇ ਅਸੀਂ ਤਾਂ ਗੁਰੂ ਵਾਸਤੇ ਜਗ੍ਹਾ ਹੀ ਕੋਈ ਨਹੀਂ ਛੱਡੀ ਘਰ ਦੇ ਵਿੱਚ, ਥਾਂ ਹੀ ਕੋਈ ਹੈ ਨਹੀਂ ਜੀ, ਕਿੱਥੇ ਚੰਦੋਆ ਲਾਓਗੇ ਤੁਸੀਂ? ਇਹ ਉਦਾਹਰਣ ਦੇਣ ਤੋਂ ਭਾਵ ਹੈ ਭਗਤ ਕਬੀਰ ਜੀ ਨੇ ਜਿਹੜੀ ਗੱਲ ਆਖੀ ਸ਼ਾਹੂਕਾਰ ਨੂੰ, ਸ਼ਾਹੂਕਾਰ ਜੀ ਸਰੀਰ ਵਿੱਚ ਰੱਬ ਦੇ ਬੈਠਣ ਲਈ ਤਾਂ ਕੋਈ ਥਾਂ ਹੀ ਕੋਈ ਨਹੀਂ, ਕਿੱਥੇ ਬਿਠਾਓਗੇ ਉਹਨੂੰ? ਗੁਰਬਾਣੀ ਕਹਿੰਦੀ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸਾਡੇ ਸਰੀਰ ਦੇ ਕਿੰਨੇ ਰਸ ਨੇ, ਨਾਮ ਦਾ ਰਸ ਕਿੱਥੇ ਹੋਵੇ, ਕਿੱਥੇ ਰਹੇ? ਇਹ ਹੈ ਤਾਂ ਹਰੀ ਦਾ ਮੰਦਰ ਸਰੀਰ, ਪਰ ਅਸਾਂ ਰਹਿਣ ਕੋਈ ਨਹੀਂ ਦਿੰਦਾ, ਨਹੀਂ ਰਹਿਣ ਦਿੰਦਾ। ਉਹਨੇ ਜਦੋਂ ਦੁਨੀਆ ਦੇ ਵਿੱਚ ਭੇਜਿਆ ਸੀ ਸਰੀਰ ਦੇ ਕੇ, ਉਦੋਂ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦਾ ਸੀ। ਜਿਉਂ-ਜਿਉਂ ਮਾਇਆ ਦਾ ਪ੍ਰਭਾਵ ਵੱਧਦਾ ਗਿਆ, ਤਿਉਂ-ਤਿਉਂ ਨਾਮ ਵਿਸਰਦਾ ਗਿਆ। ਇਹ ਸਰੀਰ ਦੇ ਅੰਦਰ ਅਸੀਂ ਵਿਕਾਰਾਂ ਦਾ ਕੂੜਾ ਕਰਕਟ ਭਰ ਦਿੱਤਾ। ਇੱਕ ਅਦੀਬ ਨੇ ਬੜੇ ਸੁੰਦਰ ਬਚਨ ਲਿਖੇ ਨੇ, ਉਹ ਕਹਿੰਦੇ ਜਦੋਂ ਅਸੀਂ ਮਕਾਨ ਨਵਾਂ ਬਣਾਉਨੇ ਆ ਨਾ, ਬੰਦਾ ਕਹਿੰਦਾ ਜੀ ਮੇਰੇ ਘਰ ਵਿੱਚ ਹਰ ਇੱਕ ਚੀਜ਼ ਨਵੀਂ ਹੋਵੇ, ਪੁਰਾਣੀਆਂ ਚੀਜ਼ਾਂ ਬਾਹਰ ਕੱਢ ਕੇ ਰੱਖ ਦਿੰਦੇ ਆ, ਨਵੀਂ ਚੀਜ਼ ਹੋਣੀ ਚਾਹੀਦੀ। ਕਹਿੰਦੇ ਸਿੱਖਿਆ ਲੈ ਇਸ ਗੱਲ ਤੋਂ, ਆਪਣੇ ਜੀਵਨ ਦੇ ਵਿੱਚੋਂ ਵੀ ਵਿਸ਼ੇ ਵਿਕਾਰਾਂ ਦਾ ਪੁਰਾਣਾ ਸਮਾਨ ਕੱਢ ਕੇ ਬਾਹਰ ਰੱਖ ਦੇ, ਤੇ ਗੁਰੂ ਦੇ ਸ਼ਬਦ ਦਾ ਜਿਹੜਾ ਰਸ ਹੈ, ਗੁਰਬਾਣੀ ਦਾ ਰਸ, ਕਥਾ ਦਾ ਰਸ, ਕੀਰਤਨ ਦਾ ਰਸ, ਕਹਿੰਦੇ ਇਹ ਨਵਾਂ ਸਮਾਨ ਲਿਆ ਕੇ ਆਪਣੇ ਜੀਵਨ ਦੇ ਘਰ ਦੇ ਵਿੱਚ ਲਿਆ ਕੇ ਰੱਖ ਲੈ। ਇਹਨੂੰ ਵੀ ਸਜਾ, ਜਿੱਥੇ ਬਾਹਰ ਦੇ ਘਰ ਸਜਾਉਂਦਾ ਨਵੇਂ ਸਮਾਨ ਨੂੰ ਰੱਖ ਰੱਖ ਕੇ, ਉਥੇ ਆਪਣਾ ਇਹ ਸਰੀਰ ਰੂਪੀ ਜਿਹੜਾ ਹਨਬੰਦਰ ਹੈ ਇਹਨੂੰ ਵੀ ਸਜਾ ਕੇ ਰੱਖਿਆ। ਦਾਸ ਨੇ ਪਰਸੋਂ ਦੇ ਦੀਵਾਨ ਵਿੱਚ ਇੱਕ ਬੇਨਤੀ ਕੀਤੀ, ਭਾਈ ਵੀਰ ਸਿੰਘ ਜੀ ਕਹਿੰਦੇ ਹਰੀ ਮੰਦਰ ਕੀ ਹੈ? ਕਹਿੰਦੇ ਰੱਬ ਦੇ ਜਸ ਗਾਇਨ ਕਰਨ ਵਾਲੀ ਜਗ੍ਹਾ, ਉਹਨੂੰ ਹਰਮੰਦਰ ਕਹਿੰਦੇ, ਜਿੱਥੇ ਬਹਿ ਕੇ ਰੱਬ ਦਾ ਜਸ ਕੀਤਾ। ਇਹ ਸਰੀਰ ਹਰਮੰਦਰ ਤਾਂ ਹੈ ਗੁਰਮੁਖੋ, ਜਿਸ ਸਰੀਰ ਦੇ ਵਿੱਚ ਅਸੀਂ ਪਰਮੇਸ਼ਰ ਦਾ ਜਸ ਕਰਾਂਗੇ, ਉਸ ਮਾਲਕ ਦੀ ਵਡਿਆਈ ਕਰਾਂਗੇ, ਇਹ ਤਾਂ ਹੀ ਹਰਮੰਦਰ ਰਹੇਗਾ। ਵਰਨਾ ਇਹ ਸਰੀਰ ਵੀ ਖੰਡਰ ਬਣ ਜਾਣੇ ਨੇ। ਕਬੀਰ ਜੀ ਨੇ ਇੱਕ ਬੜਾ ਸੋਹਣਾ ਬਚਨ ਲਿਖਿਆ। ਕਬੀਰ ਜੀ ਕਹਿੰਦੇ ਜੇ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰ ਹੈ ਕਾ। ਅੱਜ ਵੀ ਤੁਸੀਂ ਜਾਓ ਜੀ, ਰਾਜੇ ਮਹਾਰਾਜਿਆਂ ਦੇ ਬਣਾਏ ਕਿਲੇ ਖੰਡਰ ਬਣੇ ਪਏ। ਪਰ ਸ੍ਰੀ ਹਰਿਮੰਦਰ ਸਾਹਿਬ ਜਾਓ, ਅੱਜ ਵੀ ਜਾਹੋ ਜਲਾਲ ਉਦਾਂ ਦਾ ਹੀ ਹੈ ਜਿਹੋ ਦਾ ਜਾਹੋ ਜਲਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ। ਜਿਹੜਾ ਜਾਹੋ ਜਲਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ, ਉਸੇ ਤਰ੍ਹਾਂ ਹੀ ਪ੍ਰਤੱਖ ਹੈ।
कोई फर्क नहीं पिया, उदां ही। बादशाहां दे किले खंडर बन गए, पर गुरु नानक साहब जी दे घर दा जाहो जलाल उसे तरह दा, दुनिया दे किसे भी कोने च चले जाओ, किते भी चले जाओ, वड्डियां वड्डियां बिल्डिंगां ने खंडर बन जाना, अमीरां दे घर खंडर बन जाने ने, पर रब दे घर इसे तरह ही शोभदे रहने। हुण जे दे अंतरीव भाव नूं रखीए, जिन्हां ने नाम जपिया है प्रभु दे प्यारिਆਂ ने, उन्हां ने शरीर नूं हरि दा मंदिर बना दिता ते सदा लई शोभदे रहिंदे। ते कबीर जी कहंदे जे नाम नहीं ना जपिया ते तेरा शरीर भी खंडर बन जाना। कहंदे जिस शरीर नूं अज सवारदा पिया ना, सोहणे कपड़े पावना, चंगियां खुराकां खाना भी किते बीमार ना हो जावां, जे सिर रच रच बाधत पाग, जिस सिर दे उपर बड़े प्रेम दे नाल सोहणी दस्तार बन्नना। कहंदे जदों समा होना ना, किते शरीर छड़ दिता सो सिर चुंच सवार है काग। आ जड़ियां अखां ने ना, ये खुडे बन जाने ने, खोपरी खुडे ही बन जांदियां ना, सब कुछ जदों सड़ फुक जांदा की रह जांदा, खंडरी बन जांदा। इहदे विच आके कावां ने चुंझां मारनियां ने, फिर ये जदों शरीर खंडर बनदा। इस करके तेरे कोल समा है, जां तां इस हरमंदर नूं सवार लै, ते जां फिर ये भी फिर पुराने राजियां दे महलियां वांगू खंडर बन के रह जाए। एक महापुरुष कहंदे ने कि अकाल पुरख ने तैनूं शरीर दिता, बंदगी करा इहदे कोलों रज के जिन्नी हो सके। जिवें सियाणे कहंदे ना भी जे दब के वाहेगा ते तां ही रज के खाएगा। पुराने बजुर्ग कहंदे सन जे खेत चंगी तरह वाहेगा ते तां ही फसल चंगी होनी। महापुरुष कहंदे तैनूं ये हरि दा मंदिर प्राप्त होया, तैनूं शरीर मिलिया, इनू भी दब के वाह लो, इहदे कोलों बंदगी करा लो जिन्नी हुंदी है, ये तां ही सफला होना। वरना फिर राजियां दे महलां वांगू इन्हें भी खंडरी बन जानी, खंडरी बन जानी। बजुर्ग हो गया फिर कुछ भी पल्ले नहीं रहना, अखीर मुड़ के चिखा दे विच सड़ के खत्म हो गया। गुरु अमरदास साहब जी कहंदे हर मंदर सब दे सोहना, ये हरि दा मंदर है सही। गुरु दे शब्द द्वारा इनू सुंदर बनाई, ਇਹਦੇ ਅੰਦਰੋਂ ਵਿਕਾਰਾਂ ਦਾ ਜਿੰਨਾ ਵੀ ਕੂੜਾ ਕਰਕਟ ਬਾਹਰ ਕੱਢ ਕੇ ਇਸ ਸਰੀਰ ਰੂਪੀ ਹਰੀ ਦੇ ਮੰਦਰ ਦੇ ਵਿੱਚ ਸ਼ੁਭ ਗੁਣਾਂ ਦੇ ਸਮਾਨ ਨੂੰ ਲਿਆ ਕੇ ਰੱਖੀਏ, ਤਾਂ ਕਿ ਇਹਦੀ ਸ਼ੋਭਾ ਹੋਰ ਜ਼ਿਆਦੀ ਵੱਧ ਜਾਏ, ਇਹ ਹੋਰ ਜ਼ਿਆਦਾ ਸੁੰਦਰ ਹੋ ਜਾਏ। ਤੇ ਸਾਹਿਬ ਜੀ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿ, ਜਿਹੜੇ ਸਾਧ ਸੰਗਤ ਵਿੱਚ ਆ ਕੇ ਬਹਿ ਗਏ ਉਹੀ ਸੁੰਦਰ ਨੇ, ਸੋਹਣੇ ਨੇ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਵਸਾ ਲਿਆ। ਉਹਨਾਂ ਨੇ ਇਹ ਸਰੀਰ ਹਰੀ ਦਾ ਮੰਦਰ ਬਣਾ ਦਿੱਤਾ। ਤੇ ਸਾਹਿਬ ਜੀ ਕਹਿੰਦੇ ਹਨ ਹਰ ਮੰਦਰ ਸਭ ਦੇ ਸੋਹਣਾ, ਕੰਚਨ ਕੋਟ ਅਪਾਰ। ਕੰਚਨ ਨਾਮ ਸੋਨੇ ਦਾ ਤੇ ਕੋਟ ਨਾਮ ਕਿਲੇ ਦਾ। ਇਹ ਜਿਹੜਾ ਸਾਡਾ ਸਰੀਰ ਹੈ, ਇਸ ਸਰੀਰ ਦੇ ਅੰਦਰ ਹਿਰਦੇ ਦਾ ਅੰਤਸ਼ਕਰਨ ਦਾ ਕੋਟ ਕਿਲਾ। ਗੁਰਮੁਖ ਜਨਾਂ ਨੇ ਉਸ ਕਿਲੇ ਨੂੰ ਕੰਚਨ ਸੋਨੇ ਦੀ ਨਿਆਈ ਬਣਾ ਦਿੱਤਾ। ਨਾਮ ਜਪ ਜਪ ਕੇ ਉਹਨਾਂ ਨੇ ਅੰਤਸ਼ਕਰਨ ਸ਼ੁੱਧ ਕਰ ਲਿਆ। ਅੰਦਰ ਦੀ ਜਿੰਨੀ ਵੀ ਮੈਲ ਸੀ ਨਾਮ ਜਪ ਕੇ ਬਾਹਰ ਕੱਢ ਦਿੱਤੀ। ਉਹਨਾਂ ਨੇ ਝੂਠ ਲਾ ਦਿੱਤੀ ਅੰਦਰ ਦੀ, ਝੂਠ ਲਹੈ ਜਿਉ ਮਾਂਜੀਐ ਮੋਖ ਭਿਆਣਾ, ਸ਼ੁੱਧ ਕਰ ਲਿਆ ਉਹਨੇ।
ਸੁਨਿਆਰ ਜਿਵੇਂ ਕੁਠਾਲੀ ਦੇ ਵਿੱਚ ਪਾ ਕੇ ਸੋਨੇ ਨੂੰ ਤਪਾ ਕੇ ਸ਼ੁੱਧ ਕਰ ਲੈਂਦਾ, ਗੁਰਮੁਖਾਂ ਨੇ ਵੀ ਸ਼ਬਦ ਦੀ ਕੁਠਾਲੀ ਦੇ ਵਿੱਚ ਆ ਮਨ ਨੂੰ, ਚਿੱਤ ਨੂੰ, ਬੁੱਧੀ ਨੂੰ ਪਾ ਕੇ ਨਾ ਇਹਨੂੰ ਵੀ ਚੰਗੀ